ਦਰਸ਼ਕੋ ਸਵਾਗਤ ਕਰਦੇ ਤੁਹਾਡਾ ਸਾਡੇ ਵਾਲਾ ਦੂਰਦਰਸ਼ਨ ਦੇ ਉੱਤੇ। ਸਭ ਤੋਂ ਪਹਿਲਾਂ ਚੋਣੀਆਂ ਖਬਰਾਂ, ਪਬਲਿਕ ਡਿਮਾਂਡ ਨਿਊਜ਼, ਕਿਹੜੀ ਹਾਈਬ੍ਰਿਡ ਗੱਡੀ ਹੈ ਸਭ ਤੋਂ ਜ਼ਿਆਦਾ ਕਿਫਾਇਤੀ, ਗੈਦਰਿੰਗ ਇਨਫੋਰਮੇਸ਼ਨ ਅਤੇ ਪ੍ਰੀਪੇਅਰਿੰਗ ਐਪਲੀਕੇਸ਼ਨ। ਇਹ ਦੋ ਵਰਡਸ ਨਿਊਜ਼ੀਲੈਂਡ ਦੇ ਵਿੱਚ ਅੱਜਕੱਲ ਨੇ ਬਹੁਤ ਹੀ ਜ਼ਿਆਦਾ ਇਰੀਟੇਟਿੰਗ। ਫ੍ਰਿਜਾਂ ਇਨ 90s ਐਂਡ ਨਾਊਏਡੇਜ਼। ਅਤੇ ਨਿਊਜ਼ੀਲੈਂਡ ਦੇ ਵਿੱਚ ਸਰਦੀਆਂ ਪਹਿਲਾਂ ਵਰਗੀ ਸਰਦੀ ਨਹੀਂ ਪੈ ਰਹੀ ਨਿਊਜ਼ੀਲੈਂਡ ਦੇ ਵਿੱਚ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਦਰਸ਼ਕੋ ਨਿਊਜ਼ੀਲੈਂਡ ਵਿੱਚ ਦਿਨੋਂ ਦਿਨ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ ਅਤੇ ਦਰਸ਼ਕੋ ਨੋਟਿਸ ਕੀਤਾ ਗਿਆ ਕਿ ਅੱਜਕੱਲ ਤਾਂ ਬੰਦਾ ਆਪਣੀ ਗੱਡੀ ਵਿੱਚ ਪੈਟਰੋਲ ਪਾਉਣ ਜੋਗਾ ਹੀ ਰਹਿ ਗਿਆ ਹੈ, ਯਾਨੀ ਕਿ ਹਫ਼ਤੇ ਵਿੱਚ ਦੋ ਵਾਰੀ ਤਾਂ ਪੈਟਰੋਲ ਪਾਉਣਾ ਪੈਂਦਾ ਹੈ। ਤੇ ਦਰਸ਼ਕੋ ਅੱਜਕੱਲ ਨੋਟਿਸ ਕੀਤਾ ਗਿਆ ਹੈ ਕਿ ਲੋਕੀ ਆਪਣੀਆਂ ਨਾਰਮਲ ਗੱਡੀਆਂ ਨੂੰ ਵੇਚ ਕੇ ਹਾਈਬ੍ਰਿਡ ਗੱਡੀਆਂ ਵੱਲ ਹੋ ਰਹੇ ਨੇ ਅਤੇ ਆਪ ਸਭ ਨੂੰ ਨਿਊਜ਼ੀਲੈਂਡ ਦੀਆਂ ਸੜਕਾਂ ਦੇ ਉੱਤੇ ਬਹੁਤ ਸਾਰੀਆਂ ਹਾਈਬ੍ਰਿਡ ਗੱਡੀਆਂ ਹੋਈਆਂ ਚੱਲਦੀਆਂ ਦਿਖਾਈ ਦੇਣਗੀਆਂ ਅਤੇ ਇਹਨਾਂ ਦੀ ਗਿਣਤੀ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ। ਤੇ ਦਰਸ਼ਕੋ ਅੱਜ ਪਬਲਿਕ ਡਿਮਾਂਡ ਦੇ ਉੱਤੇ ਤੁਹਾਡੇ ਲਈ ਨਿਊਜ਼ ਲੈ ਕੇ ਆਏ ਹਾਂ, ਜਿਸ ਦੇ ਵਿੱਚ ਆਪ ਸਭ ਦਾ ਓਪੀਨੀਅਨ ਲਿਆ ਜਾਵੇਗਾ ਅਤੇ ਆਪ ਸਭ ਦੇ ਰਿਵਿਊ ਲਏ ਜਾਣਗੇ। ਤੇ ਦਰਸ਼ਕੋ ਇਹ ਜੋ ਰਿਵਿਊ ਨੇ ਉਹ ਕਿਸ ਚੀਜ਼ ਲਈ ਹੋਣਗੇ ਕਿ ਕਿਹੜੀ ਹਾਈਬ੍ਰਿਡ ਗੱਡੀ ਜ਼ਿਆਦਾ ਕਿਫਾਇਤੀ ਹੈ, ਤਾਂ ਜੋ ਲੋਕ ਅੱਜਕੱਲ ਹਾਈਬ੍ਰਿਡ ਗੱਡੀ ਲੈਣ ਦੀ ਸੋਚ ਰਹੇ ਨੇ ਉਹਨਾਂ ਲਈ ਇਹ ਈਜ਼ੀ ਹੋ ਜਾਵੇ। ਬਾਕੀ ਦਰਸ਼ਕੋ ਦੇਖਿਆ ਗਿਆ ਹੈ ਕਿ ਅੱਜਕੱਲ ਟੋਇਟਾ ਦੀਆਂ ਬਹੁਤ ਹੀ ਜ਼ਿਆਦਾ ਗੱਡੀਆਂ ਜੋ ਕਿ ਹਾਈਬ੍ਰਿਡ ਨੇ ਉਹ ਸੜਕਾਂ ਉੱਤੇ ਚੱਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ, ਜਿਵੇਂ ਕਿ ਟੋਇਟਾ ਪ੍ਰੀਅਸ, ਐਕਵਾ, ਕੋਰੋਲਾ ਅਤੇ ਹੋਰ ਵੀ ਬਹੁਤ ਸਾਰੀਆਂ ਅਤੇ ਕਈ ਹੋਂਡਾ ਦੀਆਂ ਗੱਡੀਆਂ ਵੀ ਦੇਖੀਆਂ ਗਈਆਂ ਨੇ। ਬਾਕੀ ਦਰਸ਼ਕੋ ਜਿਹੜੇ ਚਿਰਾਂ ਤੋਂ ਹਾਈਬ੍ਰਿਡ ਗੱਡੀਆਂ ਨੂੰ ਯੂਜ਼ ਕਰਦੇ ਨੇ ਉਹ ਥੱਲੇ ਕਮੈਂਟ ਬਾਕਸ ਦੇ ਵਿੱਚ ਆਪਣੇ ਰਿਵਿਊ ਜ਼ਰੂਰ ਦੇਣ ਕਿ ਕਿਹੜੀ ਹਾਈਬ੍ਰਿਡ ਗੱਡੀ ਬਹੁਤ ਜ਼ਿਆਦਾ ਕਿਫਾਇਤੀ ਹੈ, ਯਾਨੀ ਕਿ ਇਨ ਟਰਮਸ ਆਫ ਇਕਨੋਮੀ, ਸਪੇਸ, ਮੇਨਟੇਨੈਂਸ ਵਗੈਰਾ। ਬਾਕੀ ਦਰਸ਼ਕੋ ਆਪਦੇ ਕਮੈਂਟਾਂ ਦੇ ਆਧਾਰ ਦੇ ਉੱਤੇ ਆਪਾਂ ਹਾਈਬ੍ਰਿਡ ਕਾਰ ਆਫ ਦਾ ਈਅਰ ਵੀ ਕੱਢਾਂਗੇ। ਬਾਕੀ ਦਰਸ਼ਕੋ ਅੱਜਕੱਲ ਨੋਟਿਸ ਕੀਤਾ ਗਿਆ ਹੈ ਕਿ ਜਿਨ੍ਹਾਂ ਗੱਡੀਆਂ ਦੇ ਇੰਜਨ ਵੱਡੇ ਨੇ ਉਹ ਬੰਦੇ ਤਾਂ ਅੱਜਕੱਲ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਕਿ ਬਾਰ-ਬਾਰ ਗੱਡੀਆਂ 'ਚ ਪੈਟਰੋਲ ਭਰਾਉਣਾ ਪੈ ਰਿਹਾ ਹੈ। ਅੱਜਕੱਲ ਤਾਂ ਦਰਸ਼ਕੋ ਉਹੀ ਗੱਲ ਹੋਈ ਹੈ ਕਿ ਜਾਂ ਤਾਂ ਆਪਣੇ ਸ਼ੌਕ ਪਗਾ ਲਓ ਤੇ ਜਾਂ ਆਪਣਾ ਘਰ ਚਲਾ ਲਓ। ਇਸ ਤਰ੍ਹਾਂ ਦਰਸ਼ਕੋ ਵੱਧਦੀਆਂ ਕੀਮਤਾਂ ਨੂੰ ਦੇਖ ਕੇ ਅੱਜਕੱਲ ਤਾਂ ਲੱਗਦਾ ਆਪਣੇ ਸ਼ੌਕ ਮਾਰਨੇ ਹੀ ਪੈਣੇ ਨੇ। ਸੋ ਇਸ ਤਰ੍ਹਾਂ ਦਰਸ਼ਕੋ ਆਪ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਹੜੀ ਹਾਈਬ੍ਰਿਡ ਗੱਡੀ ਸਭ ਤੋਂ ਜ਼ਿਆਦਾ ਕਿਫਾਇਤੀ ਹੈ। ਤੇ ਆਓ ਫਿਰ ਵਧਦੇ ਆਪਾਂ ਆਪਣੀ ਅਗਲੀ ਖਬਰ ਦੇ ਵੱਲ। ਦਰਸ਼ਕੋ ਇੱਕ ਵਾਰੀ ਫਿਰ ਤੋਂ ਗੱਲ ਕਰਦੇ ਹਾਂ ਵਨ ਆਫ ਰੈਜ਼ੀਡੈਂਸੀ ਵੀਜ਼ਾ ਦੀ। ਦਰਸ਼ਕੋ ਪਹਿਲਾ ਗੈਦਰਿੰਗ ਇਨਫੋਰਮੇਸ਼ਨ ਅਤੇ ਦੂਜਾ ਪ੍ਰੀਪੇਅਰਿੰਗ ਐਪਲੀਕੇਸ਼ਨ। ਇਹ ਦੋ ਵਰਡ ਅੱਜਕੱਲ ਬਹੁਤ ਹੀ ਜ਼ਿਆਦਾ ਇਰੀਟੇਟਿੰਗ ਦੇਖੇ ਗਏ ਨੇ। ਤੇ ਦਰਸ਼ਕੋ ਜਿਨ੍ਹਾਂ ਨੇ ਵਨ ਆਫ ਰੈਜ਼ੀਡੈਂਸੀ ਵੀਜ਼ਾ ਤੇ ਦਰਸ਼ਕੋ ਜਿਨ੍ਹਾਂ ਨੇ ਇਸ ਦੇ ਤਹਿਤ ਅਪਲਾਈ ਕੀਤਾ ਹੋਇਆ ਹੈ ਉਹ ਅੱਜਕੱਲ ਇਹਨਾਂ ਦੋ ਵਰਡਸ ਤੋਂ ਬਹੁਤ ਜ਼ਿਆਦਾ ਇਰੀਟੇਟ ਹੋ ਰਹੇ ਨੇ। ਦਰਸ਼ਕੋ ਜਦੋਂ ਵੀ ਸਟੇਟਸ ਚੈੱਕ ਕੀਤਾ ਜਾਂਦਾ ਹੈ ਤੇ ਜਾਂ ਤਾਂ ਉਹ ਪ੍ਰੀਪੇਅਰਿੰਗ ਵਿੱਚ ਹੀ ਫਸਿਆ ਹੁੰਦਾ ਹੈ ਤੇ ਜਾਂ ਫਿਰ ਗੈਦਰਿੰਗ ਇਨਫੋਰਮੇਸ਼ਨ ਕਰ ਰਿਹਾ ਹੁੰਦਾ ਹੈ। ਦਰਸ਼ਕੋ ਇਹ ਤਾਂ ਇਦਾਂ ਲੱਗ ਰਿਹਾ ਹੈ ਕਿ ਜਿਵੇਂ ਇਮੀਗ੍ਰੇਸ਼ਨ ਸਾਡੀਆਂ 7 ਪੁਸ਼ਤਾਂ ਦੀ ਇਨਫੋਰਮੇਸ਼ਨ ਨੂੰ ਗੈਦਰ ਕਰ ਰਹੀ ਹੋਵੇ। ਹਰ ਵਾਰ ਜਦੋਂ ਵੀ ਦੇਖੋ ਗੈਦਰਿੰਗ ਇਨਫੋਰਮੇਸ਼ਨ ਵਿੱਚ ਹੀ ਫਸਿਆ ਹੁੰਦਾ ਸਟੇਟਸ। ਤੇ ਦਰਸ਼ਕੋ ਜਿਨ੍ਹਾਂ ਦਾ ਸਟੇਟਸ ਪ੍ਰੀਪੇਅਰਿੰਗ ਐਪਲੀਕੇਸ਼ਨ ਹੈ ਉਹ ਤਾਂ ਬਹੁਤ ਹੀ ਜ਼ਿਆਦਾ ਉਦਾਸ ਦਿਖਾਈ ਦਿੰਦੇ ਨੇ। ਉਹ ਤਾਂ ਕਹਿੰਦੇ ਨੇ ਯਾਰ ਸਾਡੀ ਫਾਈਲ ਦਾ ਟੱਚ ਹੀ ਨਹੀਂ ਕੀਤਾ ਗਿਆ, ਤੁਸੀਂ ਤਾਂ ਫਿਰ ਵੀ ਗੈਦਰਿੰਗ ਇਨਫੋਰਮੇਸ਼ਨ ਵਿੱਚ ਹੋ। ਸੋ ਇਸ ਤਰ੍ਹਾਂ ਦਰਸ਼ਕੋ ਅੱਜਕੱਲ ਦੇਖਿਆ ਗਿਆ ਹੈ। ਤੇ ਦਰਸ਼ਕੋ ਦੇਖਿਆ ਗਿਆ ਹੈ ਕਿ ਕਈ ਤਾਂ 4-5 ਵੀਕਸ ਤੋਂ ਅੰਡਰ ਅਸੈਸਮੈਂਟ ਵਿੱਚ ਹੀ ਫਸੇ ਹੋਏ ਨੇ। ਚਲੋ ਐਟਲੀਸਟ ਉਹਨਾਂ ਨੂੰ ਇਹ ਤਾਂ ਰਾਹਤ ਹੈ ਕਿ ਥੋੜਾ ਵੇਟ ਕਰਕੇ ਪੀਆਰ ਆ ਹੀ ਜਾਣੀ ਹੈ। ਬਾਕੀ ਗੈਦਰਿੰਗ ਅਤੇ ਪ੍ਰੀਪੇਅਰਿੰਗ ਵਾਲੇ ਬਹੁਤ ਹੀ ਜ਼ਿਆਦਾ ਮਾਯੂਸ ਦਿਖਾਈ ਦਿੰਦੇ ਨੇ, ਬਾਕੀ ਦਰਸ਼ਕੋ ਕੋਈ ਨਾ, ਬਾਬਾ ਸੁੱਖ ਰੱਖੇ ਸਾਰਿਆਂ ਦੀ ਪੀਆਰ ਜਲਦੀ ਹੀ ਆ ਜਾਵੇ ਅਤੇ ਫਿਰ ਆਪਾਂ ਟਿਕਟੌਕ ਦੇ ਉੱਤੇ ਗਾਹ ਪਾਉਣਾ ਹੈ। ਤੇ ਆਓ ਫਿਰ ਵਧਦੇ ਆਪਾਂ ਆਪਣੀ ਅਗਲੀ ਖਬਰ ਦੇ ਵੱਲ। ਦਰਸ਼ਕੋ ਗੱਲ ਕਰਦੇ ਹਾਂ ਫ੍ਰਿਜਾਂ ਦੀ, ਯਾਨੀ ਕਿ ਫ੍ਰਿਜਾਂ ਇਨ 90s ਅਤੇ ਹੁਣ ਵਾਲੀਆਂ ਫ੍ਰਿਜਾਂ। ਦਰਸ਼ਕੋ 90s ਵਾਲੀਆਂ ਫ੍ਰਿਜਾਂ ਤਾਂ ਇਦਾਂ ਨੇ ਜਿਵੇਂ ਇਹਨਾਂ ਨੇ ਧਰਤੀ ਦੇ ਖਤਮ ਹੋਣ ਤੱਕ ਚੱਲਣਾ ਹੋਵੇ, ਯਾਨੀ ਕਿ ਦਰਸ਼ਕੋ ਇਹ ਤਾਂ ਖਰਾਬ ਹੋਣ ਦਾ ਨਾਮ ਹੀ ਨਹੀਂ ਲੈਂਦੀਆਂ। ਬਾਕੀ ਦਰਸ਼ਕੋ ਜੇਕਰ ਗੱਲ ਕਰੀਏ ਅੱਜਕੱਲ ਦੀਆਂ ਫ੍ਰਿਜਾਂ ਦੀ ਤੇ ਸਾਲ 1.5 ਸਾਲ ਚੱਲ ਕੇ ਇਹ ਤਾਂ ਕੰਬਣ ਹੀ ਲੱਗ ਜਾਂਦੀਆਂ ਨੇ। ਤੇ ਦਰਸ਼ਕੋ 90s ਵਾਲੀਆਂ ਫ੍ਰਿਜਾਂ ਤਾਂ ਇਦਾਂ ਨੇ ਕਿ ਜਾਂ ਤਾਂ ਇਹਨਾਂ ਦੇ ਲਾਗੇ ਮਕੈਨਿਕ ਲੱਗ ਜਾਵੇ ਤੇ ਅੱਜਕੱਲ ਦੀਆਂ ਫ੍ਰਿਜਾਂ ਤਾਂ 2 ਸਾਲ ਦੇ ਵਿੱਚ ਕੀ ਦੀਆਂ ਆਵਾਜ਼ਾਂ ਕੱਢਣ ਲੱਗ ਜਾਂਦੀਆਂ ਨੇ। ਚਾਹੇ ਦਰਸ਼ਕੋ ਅੱਜਕੱਲ ਬਹੁਤ ਹੀ ਟੈਕਨੋਲੋਜੀ ਹੈ ਪਰ ਅੱਜਕੱਲ ਦੀਆਂ ਫ੍ਰਿਜਾਂ ਦਾ ਬਹੁਤ ਹੀ ਜਲਦੀ ਪਟਾਕਾ ਪੈ ਜਾਂਦਾ ਹੈ। ਬਾਕੀ ਦਰਸ਼ਕੋ ਆਪ ਵੀ ਕਮੈਂਟ ਕਰਕੇ ਦੱਸੋ ਕਿ ਜੇਕਰ ਆਪ ਕੋਲ ਵੀ 90s ਵਾਲੀ ਫ੍ਰਿਜ ਹਜੇ ਤੱਕ ਹੋਵੇ ਤੇ ਦਰਸ਼ਕੋ 90s ਵਾਲੀਆਂ ਫ੍ਰਿਜਾਂ ਜੋ ਬਰਫ਼ ਐਦਾਂ ਜੰਮਦੀ ਹੈ ਜਿਵੇਂ ਸ਼ਿਮਲਾ ਹੋਵੇ ਤੇ ਅੱਜਕੱਲ ਦੀਆਂ ਫ੍ਰਿਜਾਂ ਦਾ ਹਾਲ ਹੀ ਬੁਰਾ ਹੈ। ਇਸ ਤਰ੍ਹਾਂ ਦਰਸ਼ਕੋ ਅੱਜਕੱਲ ਲੋਕਾਂ ਨੂੰ ਕਹਿੰਦੇ ਹੋਏ ਦੇਖਿਆ ਗਿਆ ਹੈ ਕਿ ਯਾਰ 1980 ਵਿੱਚ ਫ੍ਰਿਜ ਲਈ ਸੀ, ਬੜੇ ਸੋਹਣੇ 35 ਸਾਲ ਕੱਢ ਗਈ ਤੇ ਆ ਯਾਰ ਨਵੀਆਂ ਤਾਂ 50 ਸਾਲਾਂ ਵਿੱਚ 4 ਚੇਂਜ ਕਰ ਲਈਆਂ। ਤੇ ਇਹ ਸੀ ਦਰਸ਼ਕੋ 90s ਅਤੇ ਹੁਣ ਦੀਆਂ ਫ੍ਰਿਜਾਂ ਵਿੱਚ ਕੰਪੈਰੀਜ਼ਨ। ਤੇ ਆਓ ਫਿਰ ਵਧਦੇ ਆਪਾਂ ਆਪਣੀ ਅਗਲੀ ਖਬਰ ਦੇ ਵੱਲ। ਦਰਸ਼ਕੋ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਨਿਊਜ਼ੀਲੈਂਡ ਵਿੱਚ ਸਰਦੀਆਂ ਚੱਲ ਰਹੀਆਂ ਨੇ, ਪਰ ਦਰਸ਼ਕੋ ਨੋਟਿਸ ਕੀਤਾ ਗਿਆ ਹੈ ਕਿ ਅੱਜਕੱਲ ਸਰਦੀਆਂ ਦੀ ਉਹ ਗੱਲ ਨਹੀਂ ਬਣ ਰਹੀ ਜੋ ਕਿ ਪਿਛਲੇ ਸਾਲਾਂ ਵਿੱਚ ਸੀ। ਦਰਸ਼ਕੋ ਜੁਲਾਈ ਮਹੀਨਾ ਚੜ ਚੁੱਕਾ ਹੈ ਅਤੇ ਆਕਲੈਂਡ ਵਿੱਚ ਖਾਸ ਕਰਕੇ 3-4 ਦਿਨ ਹੀ ਅਜਿਹੇ ਨਿਕਲੇ ਨੇ ਕਿ ਜਿਨ੍ਹਾਂ ਵਿੱਚ ਟੈਂਪਰੇਚਰ ਬਹੁਤ ਹੀ ਡ੍ਰੌਪ ਹੋਇਆ, ਪਰ ਬਾਅਦ ਵਿੱਚ ਸਭ ਨਾਰਮਲ ਹੀ ਚੱਲ ਰਿਹਾ ਹੈ। ਬਾਕੀ ਦਰਸ਼ਕੋ ਆਪ ਵੀ ਕਮੈਂਟ ਕਰਕੇ ਦੱਸੋ ਕਿ ਆਕਲੈਂਡ ਤੋਂ ਬਾਹਰ ਦੇ ਇਲਾਕਿਆਂ ਵਿੱਚ ਠੰਡ ਦਾ ਕੀ ਹਾਲ ਚਾਲ ਹੈ। ਬਾਕੀ ਆਕਲੈਂਡ ਦੇ ਵਿੱਚ ਤਾਂ ਨਾਰਮਲ ਜੀ ਠੰਡ ਹੀ ਪੈ ਰਹੀ ਹੈ ਤੇ ਇੰਜ ਲੱਗ ਰਿਹਾ ਹੈ ਕਿ ਸਰਦੀਆਂ ਏਦਾਂ ਹੀ ਨਿਕਲ ਜਾਣਗੀਆਂ ਅਤੇ ਫਿਰ ਗਰਮੀ ਆਪਣਾ ਡਬਲ ਇੰਪੈਕਟ ਦਿਖਾਏਗੀ। ਲੋਕੀ ਉਹਨਾਂ ਦਿਨਾਂ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਗੱਡੀਆਂ ਤੇ ਬਰਫ਼ ਜੰਮੇ ਅਤੇ ਪਾਣੀ ਦੀਆਂ ਗਰਮ ਬੋਤਲਾਂ ਦੇ ਨਾਲ ਸ਼ੀਸ਼ਿਆਂ ਤੋਂ ਬਰਫ਼ ਲਾਈ ਜਾ ਸਕੇ, ਪਰ ਉਹ ਵਾਲੇ ਦਿਨ ਹਜੇ ਨਹੀਂ ਦੇਖਣ ਨੂੰ ਮਿਲੇ ਨੇ। ਪਰ ਉਹ ਵਾਲੇ ਦਿਨ ਹਜੇ ਆਕਲੈਂਡ ਵਿੱਚ ਨਹੀਂ ਆਏ ਨੇ। ਬਾਕੀ ਕ੍ਰਾਈਸਟਚਰਚ, ਟੋਰਾਂਗਾ, ਬਾਕੀ ਦਰਸ਼ਕੋ ਆਪ ਦੱਸੋ ਕਿ ਕ੍ਰਾਈਸਟਚਰਚ, ਟੋਰਾਂਗਾ, ਵੈਲਿੰਗਟਨ, ਬਾਕੀ ਹੋਰ ਵੀ ਸਾਰੇ ਇਲਾਕਿਆਂ ਵਿੱਚ ਠੰਡ ਦਾ ਕੀ ਹਾਲ ਚਾਲ ਹੈ। ਤੇ ਦਰਸ਼ਕੋ ਇਸ ਦੇ ਨਾਲ ਹੀ
ਅੱਜ ਦਾ ਖਬਰਾਂ ਬੁਲੇਟਿਨ ਇੱਥੇ ਸਮਾਪਤ ਹੁੰਦਾ ਹੈ। ਅਗਲੇ ਬੁਲੇਟਿਨ ਵਿੱਚ ਫਿਰ ਤੁਹਾਨੂੰ ਮਿਲਾਂਗੇ। ਤਦ ਤੱਕ ਲਈ ਨਮਸਕਾਰ ਅਤੇ ਸ਼ਬਾ ਖੈਰ।